प्यारे विद्यार्थियों, ਜਦੋਂ ਅਸੀਂ ਸਿਕਿਉਰਿਟੀ ਐਂਡ ਇੰਟੈਗਰਿਟੀ ਆਫ ਡਾਟਾ ਦੀ ਗੱਲ ਕਰਦੇ ਹਾਂ ਤਾਂ ਸਿਕਿਉਰਿਟੀ ਤੋਂ ਭਾਵ ਹੈਗਾ ਵਾ ਕਿ ਇਨਫੋਰਮੇਸ਼ਨ ਜਾਂ ਡਾਟੇ ਨੂੰ ਸਿਕਿਉਰ ਰੱਖਣਾ ਤਾਂ ਕਿ ਕੋਈ ਸਾਡੇ ਡਾਟੇ ਨੂੰ ਚੋਰੀ ਨਾ ਕਰ ਲਵੇ ਜਾਂ ਸਾਡੇ ਡਾਟੇ ਨੂੰ ਕੋਈ ਮੋਡੀਫਾਈ ਕਰਕੇ ਸੇਵ ਨਾ ਕਰ ਦੇਵੇ ਜਾਂ ਸਾਡੇ ਡਾਟੇ ਨੂੰ ਕੋਈ ਡਿਲੀਟ ਨਾ ਕਰ ਦੇਵੇ। ਇੰਟੈਗਰਿਟੀ ਆਫ ਡਾਟਾ ਤੋਂ ਭਾਵ ਹੈਗਾ ਕਿ ਡੇਟੇ ਨੂੰ ਐਕੂਰੇਟ ਰੱਖਣਾ, ਬਿਲਕੁਲ ਸਹੀ ਰੱਖਣਾ। ਤੋ ਜਦੋਂ ਅਸੀਂ ਸਿਕਿਉਰਿਟੀ ਐਂਡ ਇੰਟੈਗਰਿਟੀ ਆਫ ਡੇਟਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਹੇਠ ਲਿਖੀਆਂ ਗੱਲਾਂ ਆਉਂਦੀਆਂ ਹਨ। ਜੇ ਅਸੀਂ ਇਹਦੀ ਇੰਟਰੋਡਕਸ਼ਨ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਤੋਂ ਮਤਲਬ ਹੈਗਾ ਕਿ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਦੇ ਨਾਲ ਡਾਟੇ ਨੂੰ ਸਿਕਿਉਰ ਰੱਖਣਾ ਤਾਂ ਕਿ ਡਾਟਾ ਜਿਹੜਾ ਹੈਗਾ ਵਾ ਇੱਕ ਬੜੀ ਸੈਂਸਿਟਿਵ ਕਮੋਡਿਟੀ ਆ ਜਾਂ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਬਹੁਤ ਸੈਂਸਿਟਿਵ ਆ। ਅਗਰ ਉਹਨੂੰ ਕੋਈ ਚੇਂਜ ਕਰ ਦੇਵੇ ਤਾਂ ਉਹਦੇ ਜਿਹੜੇ ਮੀਨਿੰਗ ਆ, ਉਹਦਾ ਮਤਲਬ ਆ, ਉਹ ਹੋਰ ਨਿਕਲ ਆਉਂਦਾ ਵਾ, ਜਿਹਦੇ ਨਾਲ ਔਰਗੇਨਾਈਜੇਸ਼ਨਸ ਨੂੰ ਬਹੁਤ ਲੋਸ ਹੋ ਸਕਦਾ ਵਾ। ਜਾਂ ਕੋਈ ਡਾਟੇ ਨੂੰ ਡਿਲੀਟ ਕਰ ਦੇਵੇ ਜਾਂ ਕੋਈ ਚੁਰਾ ਲਵੇ ਅਤੇ ਉਹ ਔਰਗੇਨਾਈਜੇਸ਼ਨਸ ਦੇ ਅਗੇਂਸਟ ਕੋਈ ਸਟੈਪ ਲੈ ਸਕਦਾ ਵਾ, ਜਿਹਦੇ ਨਾਲ ਔਰਗੇਨਾਈਜੇਸ਼ਨਸ ਦਾ ਲੋਸ ਹੋ ਸਕਦਾ ਵਾ। ਤਾਂ ਇਸ ਕਰਕੇ ਡਾਟੇ ਨੂੰ ਸਿਕਿਉਰ ਰੱਖਣਾ ਜਿਹੜਾ ਹੈਗਾ ਵਾ ਇਹ ਬਹੁਤ ਜ਼ਰੂਰੀ ਆ ਅਤੇ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਦੇ ਨਾਲ ਡਾਟੇ ਨੂੰ ਸਿਕਿਉਰ ਰੱਖ ਸਕਦੇ ਹਾਂ। ਅਗਲੀ ਫਿਰ ਗੱਲ ਆ ਜਾਂਦੀ ਹੈ ਇੰਪੋਰਟੈਂਸ ਆਫ ਸਿਕਿਉਰਿਟੀ ਇਨ ਡਾਟਾਬੇਸ ਐਨਵਾਇਰਨਮੈਂਟ। ਇਹ ਡਾਟਾਬੇਸ ਐਨਵਾਇਰਨਮੈਂਟ ਦੇ ਵਿੱਚ ਡਾਟੇ ਨੂੰ ਸਿਕਿਉਰ ਰੱਖਣ ਦੀ ਕੀ ਮਹੱਤਤਾ ਵਾ, ਕਿਉਂ ਇਹ ਕੀ ਅਹਿਮ ਗੱਲ ਆ ਕਿ ਅਸੀਂ ਡਾਟੇ ਨੂੰ ਸਿਕਿਉਰ ਜਿਹੜਾ ਰੱਖਣਾ ਚਾਹੁੰਦੇ ਹਾਂ ਜਾਂ ਡਾਟੇ ਨੂੰ ਸਿਕਿਉਰ ਰੱਖਣਾ ਬਹੁਤ ਜ਼ਰੂਰੀ ਆ। ਇਹੋ ਹੀ ਗੱਲ ਹੈਗੀ ਆ ਕਿਉਂਕਿ ਕੋਈ ਵੀ ਫਰਮ ਆ ਜਾਂ ਔਰਗੇਨਾਈਜੇਸ਼ਨਸ ਆ, ਉਹਦੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਯੂਜ਼ ਕਰਕੇ ਮੈਨੇਜਰ ਜਾਂ ਡਾਇਰੈਕਟਰ ਆਫ ਦਾ ਕੰਪਨੀਜ਼ ਡਿਸੀਜ਼ਨਸ ਲੈਂਦੇ ਆ। ਅਗਰ ਉਹਦੀ ਇਨਫੋਰਮੇਸ਼ਨ ਜਿਹੜੀ ਚੋਰੀ ਹੋ ਜਾਵੇ, ਕੋਈ ਦੂਸਰੀ ਰਾਈਵਲ ਫਰਮ ਚੋਰੀ ਕਰ ਲਵੇ ਤਾਂ ਉਹ ਜਿਹੜਾ ਹੈਗਾ ਵਾ ਜਿਹੜੀਆਂ ਫਰਮ ਦੀਆਂ ਜਾਂ ਔਰਗੇਨਾਈਜੇਸ਼ਨ ਦੀਆਂ ਨੀਤੀਆਂ ਵਾ ਉਹਨਾਂ ਨੂੰ ਜਾਣਗੇ ਔਰ ਉਹ ਇਹੋ ਜਿਹੇ ਸਟੈਪ ਲੈਣਗੇ ਜਿਹਦੇ ਨਾਲ ਅਗਰ ਕੋਈ ਫਰਮਜ਼ ਆਈਟਮ ਸੇਲ ਕਰਦੀ ਹੈ ਤਾਂ ਉਹਦੀ ਜਿਹੜੀ ਸੇਲ ਆ ਉਹ ਘੱਟ ਜਾਵੇਗੀ ਅਤੇ ਜਦੋਂ ਸੇਲ ਘੱਟ ਜਾਵੇਗੀ ਤਾਂ ਉਹਦਾ ਓਵਰਆਲ ਰੈਵਨਿਊ ਘੱਟ ਜਾਵੇਗਾ। ਤਾਂ ਇਸ ਤਰ੍ਹਾਂ ਔਰਗੇਨਾਈਜੇਸ਼ਨਸ ਦਾ ਜਿਹੜਾ ਲੋਸ ਹੋ ਜਾਵੇਗਾ। ਤਾਂ ਇਸ ਤਰ੍ਹਾਂ ਜਦੋਂ ਅਸੀਂ ਡੇਟਾ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਤਾਂ ਡੇਟਾ ਸਿਕਿਉਰਿਟੀ ਬੜਾ ਇੱਕ ਅਹਿਮ ਰੋਲ ਅਦਾ ਕਰਦੀ ਆ ਤਾਂ ਕਿ ਡਾਟੇ ਨੂੰ ਸਿਕਿਉਰ ਰੱਖ ਕੇ ਔਰਗੇਨਾਈਜੇਸ਼ਨਸ ਦੇ ਲੋਸ ਨੂੰ ਰੋਕਿਆ ਜਾ ਸਕੇ ਔਰ ਔਰਗੇਨਾਈਜੇਸ਼ਨਸ ਦੀ ਜਿਹੜੀ ਗੁੱਡਵਿਲ ਆ ਉਹ ਵੀ ਬਣੀ ਰਹੇ ਔਰ ਜਿਹੜੀ ਹੈਗੀ ਆ ਔਰਗੇਨਾਈਜੇਸ਼ਨਸ ਉਹ ਅੱਗੇ ਤਰੱਕੀ ਦੇ ਰਾਹ ਦੇ ਉੱਤੇ ਚੱਲ ਸਕੇ। ਹੁਣ ਜਦੋਂ ਅਸੀਂ ਡੇਟਾ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਡੇਟਾ ਨੂੰ ਰਿਸਕ ਕਿਹੜੇ ਹੁੰਦੇ ਆ ਜਿਨ੍ਹਾਂ ਤੋਂ ਅਸੀਂ ਡੇਟੇ ਨੂੰ ਸੇਫ ਰੱਖਣਾ ਜਾਂ ਬਚਾਉਣਾ ਵਾ ਤਾਂ ਕਿ ਸਾਡਾ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਦਾ ਲੋਸ ਉਹ ਨਾ ਹੋ ਜਾਵੇ। ਤੋ ਡੇਟਾ ਸਿਕਿਉਰਿਟੀ ਰਿਸਕਸ ਉਹ ਰਿਸਕ ਹੁੰਦੇ ਆ ਜਿਹਦੇ ਨਾਲ ਕੋਈ ਕਿਸੇ ਡੇਟੇ ਨੂੰ ਡਿਲੀਟ ਕਰ ਸਕਦਾ ਜਾਂ ਮੋਡੀਫਾਈ ਕਰ ਸਕਦਾ ਜਾਂ ਚੁਰਾ ਸਕਦਾ ਵਾ। ਤੋ ਇਹਨਾਂ ਰਿਸਕ ਦੇ ਨਾਲ ਕਿਸੇ ਔਰਗੇਨਾਈਜੇਸ਼ਨ ਦਾ ਜਾਂ ਸਾਡਾ ਪਰਸਨਲੀ ਲੋਸ ਹੋ ਸਕਦਾ ਵਾ। ਇਸ ਕਰਕੇ ਅਸੀਂ ਜਿਹੜੇ ਹੈਗੇ ਆ ਇਹਨਾਂ ਰਿਸਕਸ ਤੋਂ ਡਾਟੇ ਨੂੰ ਬਚਾਉਂਦੇ ਹਾਂ। ਤੋ ਅਸੀਂ ਪਹਿਲਾਂ ਦੇਖੀਏ ਕਿ ਅਸੀਂ ਡਾਟੇ ਨੂੰ ਕਿਵੇਂ ਬਚਾਉਂਦੇ ਹਾਂ ਜਾਂ ਕਿਵੇਂ ਸੁਰੱਖਿਅਤ ਰੱਖਦੇ ਹਾਂ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਮੇਜਰ ਜਿਹੜੇ ਰਿਸਕਸ ਹੁੰਦੇ ਆ ਡਾਟੇ ਨੂੰ ਉਹ ਕਿਹੜੇ ਹੁੰਦੇ ਆ। ਉਹ ਸਭ ਤੋਂ ਪਹਿਲਾ ਜਿਹੜਾ ਰਿਸਕ ਹੈਗਾ ਡਾਟਾ ਟੈਂਪਰਿੰਗ। ਡਾਟਾ ਟੈਂਪਰਿੰਗ ਦਾ ਮਤਲਬ ਹੈਗਾ ਕਿ ਕੋਈ ਸਾਡੇ ਡੇਟੇ ਨੂੰ ਜਾਂ ਇਨਫੋਰਮੇਸ਼ਨ ਨੂੰ ਮੋਡੀਫਾਈ ਕਰਦੇ। ਅਗਰ ਵੈਲਿਊਜ਼ ਨੂੰ ਕੋਈ ਅਨਆਥੋਰਾਈਜ਼ਡ ਯੂਜ਼ਰ ਮੋਡੀਫਾਈ ਕਰ ਦਿੰਦਾ ਵਾ ਤਾਂ ਉਹਦੇ ਨਾਲ ਉਸ ਇਨਫੋਰਮੇਸ਼ਨ ਦੇ ਜਿਹੜੇ ਮੀਨਿੰਗ ਆ ਉਹ ਹੋਰ ਨਿਕਲਣੇ ਸ਼ੁਰੂ ਹੋ ਜਾਂਦੇ ਆ। ਇਸ ਦੇ ਨਾਲ ਸਾਡਾ ਜਿਹੜਾ ਹੈਗਾ ਵਾ ਐਕਚੁਅਲੀ ਜਿਹੜਾ ਸਾਡਾ ਲੋਸ ਆ ਉਹ ਹੋ ਜਾਂਦਾ ਵਾ। ਡੇਟਾ ਥੈਫਟ। ਡੇਟਾ ਥੈਫਟ ਤੋਂ ਮਤਲਬ ਹੈਗਾ ਕਿ ਸਾਡੀ ਇਨਫੋਰਮੇਸ਼ਨ ਨੂੰ ਕੋਈ ਅਨਆਥੋਰਾਈਜ਼ਡ ਯੂਜ਼ਰ ਸਟੀਲ ਕਰ ਲਵੇ ਜਾਂ ਚੁਰਾ ਲਵੇ। ਅਗਰ ਉਹ ਚੁਰਾ ਲਵੇਗਾ ਤਾਂ ਸਾਡਾ ਜਿਹੜਾ ਹੈਗਾ ਲੋਸ ਹੋ ਸਕਦਾ। ਉਹ ਸਾਡੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਜਾਂ ਜਿਹੜੀਆਂ ਕੋਸਟਸ ਅਕਰ ਹੋਈਆਂ ਵਾ ਕੋਈ ਆਈਟਮਸ ਨੂੰ ਪ੍ਰੋਡਿਊਸ ਕਰਨ ਲਈ ਉਹਨਾਂ ਨੂੰ ਉਹ ਜਾਣ ਜਾਵੇਗਾ ਜਾਂ ਸਾਡੇ ਜਿਹੜੇ ਕ੍ਰੈਡਿਟ ਕਾਰਡ ਦੇ ਨੰਬਰ ਹੈਗੇ ਆ ਉਹਨੂੰ ਪਤਾ ਲੱਗ ਜਾਵੇ ਤਾਂ ਉਹ ਜਿਹੜਾ ਹੈਗਾ ਵਾ ਸਾਡੇ ਕ੍ਰੈਡਿਟ ਕਾਰਡ ਨੰਬਰ ਨੂੰ ਯੂਜ਼ ਕਰਕੇ ਉਹ ਕੁਝ ਗੁੱਡਸ ਜਿਹੜੀਆਂ ਹੈਗੀਆਂ ਵਾ ਉਹਨਾਂ ਦੀ ਪਰਚੇਜ਼ਿੰਗ ਕਰ ਸਕਦਾ ਜਾਂ ਬਾਈ ਕਰ ਸਕਦਾ ਵਾ ਜਾਂ ਉਹਨਾਂ ਦੇ ਅਗੇਂਸਟ ਸ਼ਾਪਿੰਗ ਕਰ ਸਕਦਾ, ਜਿਹਦੇ ਨਾਲ ਸਾਡਾ ਫਾਈਨੈਂਸ਼ੀਅਲ ਲੋਸ ਜਿਹੜਾ ਹੈਗਾ ਉਹ ਅਕਰ ਹੋ ਸਕਦਾ ਵਾ। ਫਾਲਸੀਫਾਈਂਗ ਯੂਜ਼ਰ ਆਇਡੈਂਟੀਟੀ। ਇਸੇ ਤਰ੍ਹਾਂ ਹੀ ਅਗਰ ਕੋਈ ਜਿਹੜਾ ਹੈਗਾ ਵਾ ਗਲਤ ਤਰੀਕੇ ਦੇ ਨਾਲ ਕੋਈ ਫਾਲਸ ਯੂਜ਼ਰ ਜਾਂ ਗਲਤ ਯੂਜ਼ਰ ਜਿਹੜਾ ਹੈਗਾ ਵਾ ਸਾਡੀ ਔਰਗੇਨਾਈਜੇਸ਼ਨਸ ਦੀ ਕਿਸੇ ਮੈਂਬਰ ਦੀ ਮੈਂਬਰਸ਼ਿਪ ਦੀ ਜਿਹੜੀ ਆਇਡੈਂਟੀਟੀ ਹੈਗੀ ਉਹਨੂੰ ਯੂਜ਼ ਕਰਕੇ ਇਨਫੋਰਮੇਸ਼ਨ ਜਿਹੜੀ ਹੈਗੀ ਹਾਸਲ ਕਰ ਲੈਂਦਾ ਵਾ, ਉਹਦੇ ਨਾਲ ਵੀ ਸਾਡਾ ਨੁਕਸਾਨ ਹੋ ਸਕਦਾ ਵਾ। ਪਾਸਵਰਡ ਰਿਲੇਟਡ ਥ੍ਰੈਟਸ। ਇਸ ਤਰ੍ਹਾਂ ਹੀ ਸਾਨੂੰ ਪਤਾ ਕਿ ਜਦੋਂ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਯੂਜ਼ ਕਰਦੇ ਹਾਂ ਤਾਂ ਅਸੀਂ ਵੱਖਰੇ ਯੂਜ਼ਰਸ ਨੂੰ ਯੂਜ਼ਰ ਆਈਡੀਜ਼ ਅਤੇ ਪਾਸਵਰਡ ਅਲਾਟ ਕਰ ਦਿੰਦੇ ਹਾਂ। ਹੁਣ ਕਿਸੇ ਯੂਜ਼ਰ ਦਾ ਅਗਰ ਕੋਈ ਅਨਆਥੋਰਾਈਜ਼ਡ ਪਰਸਨ ਜਿਹੜਾ ਹੈਗਾ ਵਾ ਉਹ ਪਾਸਵਰਡ ਗੈਸ ਕਰ ਲੈਂਦਾ ਵਾ ਤਾਂ ਵੀ ਸਾਡਾ ਜਿਹੜਾ ਹੈਗਾ ਵਾ ਨੁਕਸਾਨ ਉਹ ਹੋ ਸਕਦਾ ਵਾ।
इस तरह ही अनऑथराइज्ड असैस टू टेबल्स एंड कॉलम्स, अगर कोई अनऑथराइज्ड परसनस टेबल्स ਨੂੰ ਜਾਂ ਟੇਬਲਸ ਦੇ ਕਾਲਮਸ ਨੂੰ ਰੋ ਨੂੰ ਅਸੈਸ ਕਰ ਲੈਂਦਾ ਵਾ ਤੇ ਉਹਦੇ ਨਾਲ ਵੀ ਸਾਡਾ ਲਾਸ ਹੋ ਸਕਦਾ ਵਾ। ਲੈਕ ਆਫ ਅਕਾਊਂਟੇਬਿਲਿਟੀ, ਅਗਰ ਅਸੀਂ ਜਿਹੜਾ ਡਾਟਾਬੇਸ ਮੈਨੇਜਮੈਂਟ ਸਿਸਟਮ ਯੂਜ਼ ਕਰਦੇ ਹਾਂ ਉਹਦੇ ਵਿੱਚ ਸਿਸਟਮ ਐਡਮਿਨਿਸਟ੍ਰੇਟਰ ਕੋਲ ਇਹੋ ਜਿਹੀ ਕੋਈ ਅਕਾਊਂਟੇਬਿਲਿਟੀ ਨਹੀਂ ਹੈਗੀ ਜਿਹਦੇ ਨਾਲ ਉਹ ਯੂਜ਼ਰ ਨੂੰ ਟਰੈਕ ਕਰ ਸਕੇ ਕਿ ਪਰਟੀਕੂਲਰ ਮੋਮੈਂਟ ਆਫ ਟਾਈਮ ਤੇ ਪਰਟੀਕੂਲਰ ਡੇਟ ਨੂੰ ਪਰਟੀਕੂਲਰ ਕੰਪਿਊਟਰ ਦੇ ਉੱਤੇ ਕਿਹੜੇ ਯੂਜ਼ਰ ਨੇ ਕੰਮ ਕੀਤਾ ਸੀ। ਅਗਰ ਅਸੀਂ ਟਰੈਕ ਨਹੀਂ ਕਰ ਸਕਦੇ ਤਾਂ ਉਹਦੇ ਨਾਲ ਸਾਡੀ ਜਿਹੜੀ ਹੈਗੀ ਆ ਅਕਾਊਂਟੇਬਿਲਿਟੀ ਦੀ ਜਿਹੜੀ ਹੈਗੀ ਘਾਟ ਆ ਜਾਂਦੀ ਹੈ, ਜਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਲੈਕ ਆਫ ਅਕਾਊਂਟੇਬਿਲਿਟੀ ਹੈਗੀ ਸਾਡੇ ਸਿਸਟਮ ਦੇ ਵਿੱਚ, ਤੇ ਉਹਦੇ ਨਾਲ ਵੀ ਸਾਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਵਾ। ਕੰਪਲੈਕਸ ਯੂਜ਼ਰ ਮੈਨੇਜਮੈਂਟ ਰਿਕੁਆਇਰਮੈਂਟਸ, ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਸਿਸਟਮ ਮਸਟ ਆਫਨ ਸਪੋਰਟ ਲਾਰਜ ਨੰਬਰ ਆਫ ਯੂਜ਼ਰਸ ਐਂਡ ਦੇਅਰਫੋਰ ਦੇ ਮਸਟ ਬੀ scalable. In such large scale environments, the burden of managing user accounts and passwords makes user system vulnerable to error and attack. हाँ, तो ਕੰਪਲੈਕਸ ਯੂਜ਼ਰ ਮੈਨੇਜਮੈਂਟ ਰਿਕੁਆਇਰਮੈਂਟਸ ਦਾ ਮਤਲਬ ਹੈਗਾ ਕਿ ਜਦੋਂ ਸਾਡੀ ਆਰਗੇਨਾਈਜੇਸ਼ਨ ਵਿੱਚ ਬਹੁਤ ਜ਼ਿਆਦਾ ਯੂਜ਼ਰਸ ਹੋ ਜਾਂਦੇ ਤਾਂ ਉਹਨਾਂ ਨੂੰ ਅਸੀਂ ਯੂਜ਼ਰ ਆਈਡੀਜ਼ ਤੇ ਪਾਸਵਰਡਸ ਦੇ ਦਿੰਦੇ ਹਾਂ, ਉਹਨਾਂ ਦੇ ਅਕਾਊਂਟਸ ਕ੍ਰੀਏਟ ਕਰਕੇ ਤੇ ਕਈ ਵਾਰੀ ਉਹਨਾਂ ਦੇ ਅਕਾਊਂਟਸ ਨੂੰ ਤੇ ਯੂਜ਼ਰਸ ਆਈਡੀਜ਼ ਨੂੰ ਤੇ ਪਾਸਵਰਡਸ ਨੂੰ ਮੈਨੇਜ ਕਰਨਾ ਜਿਹੜਾ ਹੈਗਾ ਡਿਫਿਕਲਟ ਹੋ ਜਾਂਦਾ ਵਾ। ਤਾਂ ਉਹ ਅਗਰ ਕਿਸੇ ਅਨਆਥਰਾਈਜ਼ਡ ਯੂਜ਼ਰ ਦੇ ਹੱਥ ਜਿਹੜਾ ਹੈਗਾ ਵਾ ਯੂਜ਼ਰ ਆਈਡੀ ਤੇ ਪਾਸਵਰਡ ਲੱਗ ਜਾਵੇ ਤਾਂ ਉਹ ਸਾਡੇ ਸਿਸਟਮਸ ਨੂੰ ਅਟੈਕ ਕਰਕੇ ਸਾਡਾ ਡਾਟਾ ਜਿਹੜਾ ਹੈਗਾ ਉਹਨੂੰ ਚੁਰਾ ਸਕਦਾ ਵਾ, ਔਰ ਜਿਹੜਾ ਹੈਗਾ ਵਾ ਸਾਡਾ ਡਾਟਾ ਦਾ ਜਿਹੜਾ ਲਾਸ ਹੋ ਸਕਦਾ ਵਾ ਤੇ ਆਰਗੇਨਾਈਜੇਸ਼ਨ ਦਾ ਲਾਸ ਹੋ ਸਕਦਾ ਵਾ, ਕਿਉਂਕਿ ਜ਼ਿਆਦਾ ਯੂਜ਼ਰਸ ਹੋਣ ਦੇ ਨਾਲ ਸਿਸਟਮ ਦੀ ਜਿਹੜੀ ਨੂੰ ਮੈਨੇਜ ਕਰਨ ਦੀ ਜਿਹੜੀ ਕੰਪਲੈਕਸਿਟੀ ਹੈ ਉਹ ਵੱਧ ਜਾਂਦੀ ਹੈ, ਤਾਂ ਇਸ ਕਰਕੇ ਨੁਕਸਾਨ ਹੋਣ ਦੇ ਚਾਂਸਸ ਵੱਧ ਜਾਂਦੇ ਆ। ਅਗਲਾ ਹੈਗਾ ਸਿਕਿਉਰਿਟੀ ਲੈਵਲਸ। ਹੁਣ ਅਸੀਂ ਦੇਖਣਾ ਵਾ ਕਿ ਅਸੀਂ ਜਿਹੜੀਆਂ ਮੈਜਰਸ ਲੈਂਦੇ ਹਾਂ ਸਿਕਿਉਰਿਟੀ ਦੀਆਂ ਉਹਨਾਂ ਨੂੰ ਅਸੀਂ ਕਿਹੜੇ ਲੈਵਲ ਦੇ ਉੱਤੇ ਲੈ ਸਕਦੇ ਹਾਂ। ਅਸੀਂ ਫਿਜ਼ੀਕਲ ਲੈਵਲ ਦੇ ਉੱਤੇ ਲੈ ਸਕਦੇ ਹਾਂ, ਹਿਊਮਨ ਲੈਵਲ 'ਤੇ, ਓਪਰੇਟਿੰਗ ਸਿਸਟਮ 'ਤੇ, ਨੈਟਵਰਕ ਲੈਵਲ 'ਤੇ, ਡਾਟਾਬੇਸ ਸਿਸਟਮ 'ਤੇ। ਫਿਜ਼ੀਕਲ ਲੈਵਲ ਤੋਂ ਭਾਵ ਹੈਗਾ ਵਾ ਕਿ ਅਸੀਂ ਜਿਹੜੇ ਹੈਗੇ ਆ ਕੰਪਿਊਟਰਸ ਜਿੱਥੇ ਲਾਏ ਹੁੰਦੇ ਆ ਉਹਨਾਂ ਸਾਈਟਸ ਨੂੰ ਅਸੀਂ ਜਿਹੜੇ ਹੈਗੇ ਆ ਲਾ ਕੇ ਗਾਰਡਸ ਲਾ ਦਿੰਦੇ ਹਾਂ ਤਾਂ ਕਿ ਕੋਈ ਇੰਟਰੂਡਰਸ ਜਾਂ ਗਲਤ ਆਦਮੀ ਜਾਂ ਅਨਆਥਰਾਈਜ਼ਡ ਪਰਸਨ ਸਾਡੀ ਸਾਈਟ ਦੇ ਅੰਦਰ ਨਾ ਦਾਖਲ ਹੋ ਕੇ ਸਾਡੇ ਹਾਰਡਵੇਅਰ ਨੂੰ ਡੈਮੇਜ ਨਾ ਕਰ ਦੇਵੇ। ਹਿਊਮਨ ਲੈਵਲ 'ਤੇ ਭਾਵ ਹੈਗਾ ਕਿ ਅਸੀਂ ਜਿਹੜੀਆਂ ਆਪਣੇ ਜਿਹੜੇ ਆਰਗੇਨਾਈਜੇਸ਼ਨ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਆਥਰਾਈਜੇਸ਼ਨਸ ਦੇ ਦਿੰਦੇ ਹਾਂ, ਉਹ ਆਪਣੀਆਂ ਆਥਰਾਈਜੇਸ਼ਨਸ ਨੂੰ ਯੂਜ਼ ਕਰਕੇ ਹੀ ਕੰਮ ਕਰ ਸਕਦੇ ਆ। ਓਪਰੇਟਿੰਗ ਸਿਸਟਮ ਦਾ ਮਤਲਬ ਹੈਗਾ ਕਿ ਅਸੀਂ ਓਪਰੇਟਿੰਗ ਸਿਸਟਮ 'ਤੇ ਪਾਸਵਰਡ ਵਗੈਰਾ ਕ੍ਰੀਏਟ ਕਰ ਲੈਂਦੇ ਹਾਂ, ਯੂਜ਼ਰ ਆਈਡੀਜ਼ 'ਤੇ ਪਾਸਵਰਡ ਕ੍ਰੀਏਟ ਕਰ ਦਿੰਦੇ ਹਾਂ। ਅਥੈਂਟੀਕੇਟਡ ਯੂਜ਼ਰ ਜਿਹੜਾ ਹੈਗਾ, ਅਨਆਥਰਾਈਜ਼ਡ ਯੂਜ਼ਰ ਜਿਹੜਾ ਹੈਗਾ ਉਹ ਕਿਸੇ ਵੀ ਓਪਰੇਟਿੰਗ ਸਿਸਟਮ ਦੇ ਵਿੱਚ ਲੌਗਇਨ ਨਹੀਂ ਕਰ ਸਕਦਾ, ਸਿਰਫ ਆਥਰਾਈਜ਼ਡ ਯੂਜ਼ਰ ਹੀ ਲੌਗਇਨ ਕਰ ਸਕਦਾ ਵਾ ਔਰ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਚਲਾ ਸਕਦਾ ਵਾ। ਇਸ ਤਰ੍ਹਾਂ ਨੈਟਵਰਕ ਲੈਵਲ ਦੇ ਉੱਤੇ ਵੀ ਅਸੀਂ ਜਿਹੜੀਆਂ ਹੈਗੀਆਂ ਵਾ ਇਹੋ ਜਿਹੇ ਸਾਫਟਵੇਅਰ ਲਾ ਦਿੰਦੇ ਹਾਂ ਤਾਂ ਕਿ ਕੋਈ ਸਾਡੇ ਸਿਸਟਮ ਨੂੰ ਅਟੈਕ ਨਾ ਕਰ ਸਕੇ। ਡਾਟਾਬੇਸ ਸਿਸਟਮਸ ਲੈਵਲ ਦੇ ਉੱਤੇ ਕੀ ਹੈਗਾ ਵਾ ਕਿ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਯੂਜ਼ ਕਰਕੇ ਅਸੀਂ ਪ੍ਰਿਵਿਲੇਜਸ ਜਾਂ ਆਥਰਾਈਜੇਸ਼ਨਸ ਗ੍ਰਾਂਟ ਕਰ ਦਿੰਦੇ ਹਾਂ ਔਰ ਪਰਟੀਕੂਲਰ ਯੂਜ਼ਰ ਜਿਹੜਾ ਹੈਗਾ ਆਪਣੀ ਆਥਰਾਈਜੇਸ਼ਨ ਯੂਜ਼ ਕਰਕੇ ਹੀ ਡਾਟਾਬੇਸ ਜਾਂ ਇਨਫੋਰਮੇਸ਼ਨ ਨੂੰ ਯੂਜ਼ ਕਰ ਸਕਦਾ ਵਾ। ਇਸ ਤਰ੍ਹਾਂ ਉਹ ਕੋਈ ਵੀ ਅਨਆਥਰਾਈਜ਼ਡ ਯੂਜ਼ਰ ਜਿਹੜਾ ਹੈਗਾ ਇਨਫੋਰਮੇਸ਼ਨ ਸਟੀਲ ਨਹੀਂ ਕਰ ਸਕਦਾ, ਡਿਲੀਟ ਨਹੀਂ ਕਰ ਸਕਦਾ, ਮੋਡੀਫਾਈ ਨਹੀਂ ਕਰ ਸਕਦਾ, ਤੇ ਸਿਰਫ ਜਿਹੜੇ ਹੈਗੇ ਆਥਰਾਈਜ਼ਡ ਪਰਸਨਸ ਹੈ ਉਹੀ ਆਪਰੇਸ਼ਨਸ ਪਰਫਾਰਮ ਕਰ ਸਕਦੇ ਆ। ਤੋ ਇਹਨਾਂ ਲੈਵਲਸ ਨੂੰ ਯੂਜ਼ ਕਰਕੇ ਅਸੀਂ ਜਿਹੜਾ ਹੈਗਾ ਡਾਟਾ ਬੇਸ ਦੀ ਸਿਕਿਉਰਿਟੀ ਜਿਹੜੀ ਹੈਗੀ ਉਹ ਕਾਇਮ ਕਰ ਸਕਦੇ ਹਾਂ।